वाहिगुरु जी का खालसा वाहिगुरु जी की फतेह। पौड़ी 8वीं है ਅਤੇ ਥਿਤ ਜਿਹੜੀ ਹੈ ਉਹ 7ਵੀਂ ਹੈ। ਸੰਤੈ ਸਤ ਕਰ ਬਾਚਾ ਜਾਣ, ਆਤਮ ਰਾਮ ਲੇਹ ਪਰਵਾਣ। ਛੂਟੈ ਸੰਸਾ ਮਿਟ ਜਾਹਿ ਦੁਖ, ਸੁਨ ਸਰੋਵਰ ਪਾਵਹੁ ਸੁਖ। ਸੰਤ ਹੈ ਹੁਣ ਇਸ 7ਵੀਂ ਥਿਤ ਦੇ ਰਾਹੀਂ ਸਪਤਮ ਜਿਹੜੀ ਹੈ ਇਹਦੇ ਰਾਹੀਂ ਬਾਬਾ ਕਬੀਰ ਸਾਹਿਬ ਜੀ ਰਹਿਮਤ ਕਰ ਰਹੇ ਨੇ। ਬਾਚਾ ਭਾਵ ਬਚਨ, ਗੁਰੂ ਦੇ ਬਚਨ ਕਹਿ ਰਹੇ ਨੇ। ਇਹ ਭਾਈ ਸਤਿਗੁਰੂ ਦੀ ਬਾਣੀ ਵਿੱਚ ਬਚਨਾਂ ਵਿੱਚ ਕੀ ਹੈ? ਸ਼ਰਧਾ ਧਾਰੋ, ਸਤ ਕਰਕੇ ਜਾਣੋ, ਸੱਚ ਕਰਕੇ ਜਿਹੜਾ ਹੈ ਉਹਨੂੰ ਸਮਝਣਾ ਕਰੋ। ਆਤਮ ਰਾਮ ਲੇਹ ਪ੍ਰਵਾਨ, ਇਸ ਬਾਣੀ ਦੇ ਰਾਹੀਂ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਆਤਮ ਵਿੱਚ, ਹਿਰਦੇ ਵਿੱਚ ਕੀ ਹੈ ਉਹ ਪਰੋ ਲਵੋ, ਟਿਕਾ ਲਵੋ। ਛੂਟੈ ਸੰਸਾ ਮਿਟ ਜਾਹੇ ਦੁੱਖ। ਬੜੀ ਸਿੱਧੀ ਜੀ ਗੱਲ ਹੈ, ਬੜੇ ਸਿੱਧਾ ਸਮਝ ਆਉਣ ਵਾਲਾ ਹੈ। ਜਦੋਂ ਸੰਸਾ ਮੁੱਕ ਗਿਆ ਉਦੋਂ ਦੁੱਖ ਵੀ ਮੁੱਕ ਹੀ ਜਾਣਾ। ਕਹਿ ਰਹੇ ਕਿ ਇਹਦੇ ਨਾਲ ਫਿਰ ਹੋਏਗਾ ਕੀ? ਜਦੋਂ ਬਾਣੀ ਅੰਦਰ ਗੁਰੂ ਦਾ ਬਚਨ ਹਿਰਦੇ ਵਿੱਚ ਟਿਕ ਗਿਆ, ਇਹਦੇ ਨਾਲ ਕਿ ਇਸ ਤਰ੍ਹਾਂ ਸਹਿਮ ਦੂਰ ਹੋ ਜਾਏਗਾ, ਸੰਸਾ ਲੱਗਿਆ ਹੋਇਆ ਸਾਨੂੰ ਉਹ ਖਤਮ ਹੋ ਜਾਏਗਾ ਅਤੇ ਮਿਟ ਜਾਹੇ ਦੁੱਖ। ਦੁੱਖ ਕਲੇਸ਼ ਜਿਹੜੇ ਇਹ ਖਤਮ ਹੋ ਜਾਣਗੇ, ਮੁੱਕ ਜਾਣਗੇ। ਸੁਨ ਸਰੋਵਰ ਪਾਵਹੁ ਸੁਖ, ਆਖਣ ਲੱਗੇ ਉਸ ਸਰੋਵਰ 'ਚ ਚੁੱਭੀ ਲਾ ਸਕੋਗੇ ਜਿੱਥੇ ਸਹਿਮ ਆਦਿਕ ਦੇ ਕੋਈ ਫੁਰਨੇ ਉੱਠਦੇ ਨਹੀਂ, ਅਤੇ ਉੱਥੇ ਕੀ ਹੈ? ਹਮੇਸ਼ਾ ਸੁੱਖ ਹੀ ਮਾਣਿਆ ਜਾ ਸਕਦਾ ਹੈ। ਉੱਥੇ ਸੁੱਖ ਹੀ ਹੁੰਦਾ, ਉੱਥੇ ਆਨੰਦ ਹੀ ਹੁੰਦਾ ਹੈ ਜਦੋਂ ਮਾਲਕ ਦੇ ਨਾਮ ਰੂਪ ਸਰੋਵਰ ਦੇ ਵਿੱਚ ਫਿਰ ਚੁੱਭੀ ਲਾ ਲੋਗੇ। ਅਸ਼ਟਮੀ ਅਸ਼ਟ ਧਾਤ ਕੀ ਕਾਇਆ, ਤਾ ਮੈਂ ਅਕੁਲ ਮਹਾ ਨਿਧਰਾਇਆ। ਗੁਰ ਗਮ ਗਿਆਨ ਬਤਾਵੈ ਭੇਦ, ਉਲਟਾ ਰਹਿ ਅਭੰਗ ਅਛੇਦ। ਅਸ਼ਟਮੀ ਅਸ਼ਟ ਧਾਤ ਕੀ ਕਾਇਆ। ਹੁਣ ਆਖਣ ਲੱਗੇ ਅਸ਼ਟਮੀ ਭਾਵ 8ਵੀਂ ਥਿਤ ਰਾਹੀਂ ਅਸ਼ਟ ਧਾਤ ਕੀ, 8 ਧਾਤਾਂ ਦੀ, 8 ਧਾਤਾਂ ਕੀ ਭਾਵ ਦੀ ਕਾਇਆ। ਕਹਿੰਦੇ ਇਹ ਸਰੀਰ ਕਾਇਆ ਦੇ ਹੀ ਹੈ, ਇਹ 8 ਦੀ ਹੈ। ਇਹ 8 ਧਾਤਾਂ ਰਸ, ਰੁਦਰ, ਮਾਸ, ਮੇਦਾ, ਅਸਥੀ, ਮਿੱਝ, ਵੀਰਜ, ਨਾੜੀ, ਇਹ 8 ਧਾਤਾਂ ਨੇ ਇਸ ਸਰੀਰ ਦੀਆਂ। ਇਹਦਾ ਬਣਿਆ ਹੋਇਆ ਇਹ ਸਰੀਰ ਹੈ। ਇਹ ਸਰੀਰ ਲਹੂ ਆਦਿਕ 8 ਧਾਤਾਂ ਦਾ ਬਣਿਆ ਹੋਇਆ ਹੈ। ਤਾ ਮੈਂ ਅਕੁਲ ਮਹਾ ਨਿਧ ਰਾਇਆ। ਆਖਣ ਲੱਗੇ ਅਕੁਲ ਭਾਵ ਜੀ ਦੀ ਕੋਈ ਖਾਸ ਕੁੱਲ ਨਹੀਂ ਹੈ, ਜਿਹੜਾ ਭਾਵ ਕਿ ਜਿਹਨੂੰ ਕਿਸੇ ਕੁੱਲ ਦੇ ਵਿੱਚ ਪਰੋਇਆ ਨਹੀਂ ਜਾ ਸਕਦਾ ਕਿ ਫਲਾਣੀ ਕੁੱਲ ਦਾ ਹੈ। ਆਖਣ ਲੱਗੇ ਇਸ ਵਿੱਚ ਉਹ ਮਾਲਕ ਪ੍ਰਮਾਤਮਾ ਵਸ ਰਿਹਾ ਹੈ ਜਿਸ ਦੇ ਕੋਈ ਖਾਸ ਕੁੱਲ ਨਹੀਂ ਹੈ, ਪਰ ਉਹ ਮਹਾ ਨਿਧ ਰਾਇਆ। ਕਹਿੰਦੇ ਉਹ ਸਭ ਗੁਣਾਂ ਦਾ ਖਜ਼ਾਨਾ ਹੈ। ਗੁਰ ਗਮ ਗਿਆਨ ਬਤਾਵੈ ਭੇਦ। ਆਖਣ ਲੱਗੇ ਗੁਰ ਗਮ ਗਿਆਨ ਭਾਵ ਪਹੁੰਚ ਵਾਲੇ ਗੁਰੂ ਦਾ ਗਿਆਨ। ਆਖਣ ਲੱਗੇ ਜਿਸ ਮਨੁੱਖ ਨੂੰ ਗਮਤਾ ਵਾਲੇ, ਪਹੁੰਚ ਵਾਲੇ ਗੁਰੂ ਦਾ ਗਿਆਨ, ਇਹ ਭੇਦ ਕਿ ਸਰੀਰ ਦੇ ਵਿੱਚ ਹੀ ਮਾਲਕ ਦਿਸਦਾ ਹੈ, ਭੇਦ ਦੱਸ ਦਿੰਦਾ ਹੈ, ਬਤਾ ਦਿੰਦਾ ਹੈ, ਬਤਾਵੈ ਭੇਦ ਦੱਸ ਦਿੰਦਾ ਹੈ। ਉਲਟਾ ਰਹਿ ਅਭੰਗ ਅਛੇਦ। ਕਹਿੰਦੇ ਉਹ ਫਿਰ ਉਲਟਾ ਹੋ ਜਾਂਦਾ। ਕਾਹਦੇ ਤੋਂ? ਕਹਿੰਦੇ ਉਹ ਸਰੀਰਕ ਮੋਹ ਵੱਲੋਂ ਫਿਰ ਉਲਟਾ ਹੋ ਜਾਂਦਾ, ਆਪਣੇ ਸਰੀਰਕ ਮਾਇਆ ਦੇ ਵਾਲੇ ਮੋਹ ਵੱਲੋਂ ਕੀ ਹੈ? ਉਲਟ ਕੇ, ਪਰਤ ਕੇ ਅਭੰਗ ਅਤੇ ਅਛੇਦ ਮਾਲਕ ਵਿੱਚ ਜੁੜਿਆ ਰਹਿੰਦਾ ਹੈ, ਭਾਵ ਅਮਨਾਸ਼ੀ ਮਾਲਕ ਦੇ ਵਿੱਚ ਫਿਰ ਲੱਗਿਆ ਰਹਿੰਦਾ ਹੈ। ਨੌਵੀਂ ਨਵੇਂ ਦੁਆਰ ਕਉ ਸਾਧ,
ਬਹਿਤੀ ਮਨਸਾ ਰਾਖੋ ਬਾਂਧ, ਲੋਭ ਮੋਹ ਸਭ ਬਿਸਰ ਜਾਹ। ਜੁਗ ਜੁਗ ਜੀਵੋ ਅਮਰ ਫਲ ਖਾਹ। ਹੁਣ ਆਖਣ ਲੱਗੇ ਨੌਵੀਂ ਥਿਤ ਦੇ ਰਾਹੀਂ ਕਹਿਣ ਲੱਗੇ हे ਭਾਈ ਸਾਰੇ ਸਰੀਰਕ ਇੰਦਰੀਆਂ ਨੂੰ ਕਾਬੂ ਵਿੱਚ ਰੱਖੋ। ਨੌਵੇਂ ਦਵਾਰ ਕੋ ਸਾਧ, ਕਹਿੰਦੇ ਇਹ 9 ਜਿਹੜੇ ਦਵਾਰ ਹਨ ਸਰੀਰ ਦੇ, ਇਹਨਾਂ ਸਾਰਿਆਂ ਨੂੰ ਸਾਧ ਕੇ ਰੱਖਣਾ, ਭਾਵ ਸਵਾਰ ਕੇ ਰੱਖਣਾ, ਟਿਕਾ ਕੇ ਰੱਖਣਾ, ਕਾਬੂ ਵਿੱਚ ਰੱਖਣਾ। ਬਹਿਤੀ ਮਨਸਾ ਰਾਖੋ ਬਾਂਧ, ਆਖਣ ਲੱਗੇ ਇਹਨਾਂ ਉੱਠਦੇ ਫੁਰਨਿਆਂ ਨੂੰ ਵੀ ਬੰਨ੍ਹ ਕੇ ਰੱਖੋ ਕਿ ਜਿਹੜੇ ਆ ਮਾਇਆ ਵਾਲੇ ਵਿਕਾਰਾਂ ਵਾਲੇ ਨਜਾਇਜ਼ ਫੁਰਨੇ ਉੱਠਦੇ ਆ ਨਾ, ਇਹਨਾਂ ਨੂੰ ਵੀ ਬੰਨ੍ਹ ਕੇ ਰੱਖੋ, ਇਹਨਾਂ ਨੂੰ ਵੀ ਰੋਕ ਕੇ ਰੱਖੋ। ਲੋਭ ਮੋਹ ਸਭ ਬਿਸਰ ਜਾਹੋ, ਆਖਣ ਲੱਗੇ ਲੋਭ ਮੋਹ ਆਦਿਕ ਸਾਰੇ ਵਿਕਾਰ ਭੁਲਾ ਦਿਓ, ਇਹਨਾਂ ਨੂੰ ਬਿਸਰ ਜਾਹੋ ਭਾਵ ਭੁਲਾ ਦਿਓ, ਭੁੱਲ ਜਾਓ ਇਹਨਾਂ ਨੂੰ। ਜੁਗ ਜੁਗ ਜੀਵੋ ਅਮਰ ਫਲ ਖਾਹੋ, ਆਖਣ ਲੱਗੇ ਇਸ ਮਿਹਨਤ ਦਾ ਐਸਾ ਫਲ ਮਿਲੇਗਾ ਕਿ ਜੇ 9ਵੇਂ ਜਿਹੜੇ ਸਰੀਰ ਦੇ 9 ਦੁਆਰ ਆ ਇਹਨਾਂ ਨੂੰ ਵੀ ਸਵਾਰ ਲਿਆ, ਸਾਧ ਲਿਆ, ਰੋਕ ਲਿਆ, ਜਿਹੜੇ ਹੈ ਇਹ ਲੋਭ ਮੋਹ ਇਹਨੂੰ ਵੀ ਕਾਬੂ ਵਿੱਚ ਕਰ ਲਿਆ, ਇਸ ਦੇ ਨਾਲ ਕੀ ਹੋਏਗਾ? ਇਹਦੀ ਮਿਹਨਤ ਇਸ ਘਾਲ ਦਾ ਫਿਰ ਕੀ ਫਲ ਮਿਲੇਗਾ? ਕਹਿਣ ਲੱਗੇ ਇਸ ਮਿਹਨਤ ਦਾ ਐਸਾ ਫਲ ਮਿਲੇਗਾ ਜੋ ਕਦੇ ਨਹੀਂ ਮੁੱਕੇਗਾ। ਅਮਰ ਫਲ ਖਾਹੋ, ਐਸਾ ਸੁੰਦਰ ਜੀਵਨ ਜੀਵੋਗੇ ਜੋ ਸਦਾ ਹੀ ਕਾਇਮ ਰਹੇਗਾ, ਭਾਵ ਜੀ ਦੇ ਵਿੱਚ ਆਤਮਿਕ ਮੌਤ ਨਹੀਂ ਹੋਵੇਗੀ। 10ਵੀਂ ਦਹ ਦਿਸ਼ ਹੋਏ ਆਨੰਦ, ਛੂਟੈ ਭਰਮ ਮਿਲੈ ਗੋਬਿੰਦ। ਜੋਤ ਸਰੂਪੇ ਤਤ ਅਨੂਪ, ਅਮਲ ਨਾ ਮਲ ਨਾ ਛਾ ਨਹੀਂ ਧੂਪ। ਅਮਲ ਨਾ ਮਲ ਨਾ ਛਾ ਨਹੀਂ ਧੂਪ। ਹੁਣ ਆਖਣ ਲੱਗੇ ਛਾਂ ਉਚਾਰਨ ਛਾਂ ਹੈ, ਠੀਕ ਹੈ। ਹਨੇਰਾ ਭਾਵ ਅਗਿਆਨਤਾ ਦਾ ਹਨੇਰਾ ਛਾ। ਸਤਿਗੁਰੂ ਜੀ ਹੁਣ ਇੱਥੇ ਬਾਬਾ ਕਬੀਰ ਸਾਹਿਬ ਜੀ ਜਿਹੜੀ ਹੈ ਉਹ ਰਹਿਮਤ ਕਰ ਰਹੇ ਹੈ 10ਵੀਂ ਥਿਤ ਦੇ ਰਾਹੀਂ। ਕਹਿ ਰਹੇ ਹੈ 10ਵੀਂ ਦਹ ਦਿਸ਼ ਹੋਏ ਆਨੰਦ, ਕਹਿੰਦੇ ਪ੍ਰਮਾਤਮਾ ਨਾਲ ਮੇਲ ਹੋਇਆਂ ਸਾਰੇ ਸੰਸਾਰ ਵਿੱਚ ਹੀ ਮਨੁੱਖ ਵਾਸਤੇ ਆਨੰਦ ਹੀ ਆਨੰਦ ਹੁੰਦਾ, ਉਹਨੂੰ ਸਾਰੇ ਪਾਸੇ ਸੁੱਖ ਹੀ ਆਨੰਦ ਹੀ ਦਿਸਦਾ ਹੈ। ਛੂਟੈ ਭਰਮ ਮਿਲੈ ਗੋਬਿੰਦ, ਕਹਿੰਦੇ ਇਸ ਉਦਮ ਨਾਲ ਮਨ ਦੀ ਭਟਕਣਾ ਫਿਰ ਦੂਰ ਹੋ ਜਾਂਦੀ ਹੈ। ਜਦੋਂ ਰੱਬ ਸਾਰੇ ਪਾਸੇ ਦਿਸਣ ਲੱਗ ਪਿਆ ਤੇ ਕਹਿੰਦੇ ਮਿਲੈ ਗੋਬਿੰਦ, ਉਹ ਮਾਲਕ ਮਿਲ ਪੈਂਦਾ ਹੈ, ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਜੋਤ ਸਰੂਪੀ ਤਤ ਅਨੂਪ, ਆਖਣ ਲੱਗੇ ਜੋ ਨਿਰਾ ਹੀ ਨੂਰ ਹੈ, ਜੋ ਜੋਤ ਸਰੂਪ ਹੈ, ਜੋ ਸਾਰੇ ਜਗਤ ਦਾ ਅਸਲਾ ਹੈ, ਤਤ ਹੈ, ਅਨੂਪ ਜਿਸ ਵਰਗਾ ਹੋਰ ਕੋਈ ਨਹੀਂ ਹੈ, ਜਿਹੜਾ ਉਪਮਾ ਤੋਂ ਰਹਿਤ, ਜਿਹਦੀ ਉਪਮਾ ਕੀਤੀ ਨਹੀਂ ਜਾ ਸਕਦੀ। ਅਮਲ ਨਾ ਮਲ ਨਾ ਛਾ ਨਹੀਂ ਧੂਪ, ਆਖਣ ਲੱਗੇ ਅਮਲ ਭਾਵ ਮਲ ਰਹਿਤ, ਭਾਵ ਪਵਿੱਤਰ, ਕਹਿੰਦੇ ਜਿਸ ਵਿੱਚ ਵਿਕਾਰਾਂ ਦੀ ਕੋਈ ਵੀ ਮੈਲ ਨਹੀਂ ਹੈ, ਨਾ ਉਸ ਵਿੱਚ ਅਗਿਆਨਤਾ ਦੀ ਛਾਂ ਹੈ ਭਾਵ ਹਨੇਰਾ ਹੈ, ਅਤੇ ਨਾ ਹੀ ਜਿਹੜੀ ਹੈ ਧੁੱਪ ਭਾਵ ਵਿਕਾਰਾਂ ਦੀ ਜਿਹੜੀ ਉਹਦੇ ਵਿੱਚ ਤ੍ਰਿਸ਼ਨਾ ਦੀ ਅੱਗ ਹੈ। ਮਾਲਕ ਪਰਮਾਤਮਾ ਐਸਾ ਹੈ ਜਿਹੜਾ ਫਿਰ ਮਿਲ ਪੈਂਦਾ ਹੈ, ਜਿਹਦੀ ਪ੍ਰਾਪਤੀ ਹੋ ਜਾਂਦੀ ਹੈ। ਏਕਾਦਸ਼ੀ ਏਕ ਦਿਸ਼ ਧਾਵੈ, ਤਉ ਜੋਨੀ ਸੰਕਟ ਬਹੁਰ ਨ ਆਵੈ। ਸੀਤਲ ਨਿਰਮਲ ਭਇਆ ਸਰੀਰਾ, ਦੂਰ ਬਤਾਵਤ ਪਾਇਆ ਨੀਰਾ। ਹੁਣ ਇੱਥੇ ਜਿਹੜਾ ਹੈ 10ਵੀਂ ਥਿਤ ਤੋਂ ਅੱਗੇ ਇੱਕੋ ਜਿਹਾ ਭਾਵ ਆਏਗਾ। ਪਿਛਲਿਆਂ ਸ਼ਬਦਾਂ ਦਾ ਸ਼ਲੋਕਾਂ ਦਾ ਭਾਵ ਮਿਲਵਾਂ ਸੀ। ਹੁਣ ਇਹ 10ਵੀਂ ਥਿਤ ਤੋਂ ਜਿਹੜਾ ਸ਼ੁਰੂ ਹੋ ਰਿਹਾ ਹੈ
ਇਹਨਾਂ ਸਾਰਿਆਂ ਦਾ ਭਾਵ ਜਿਹੜਾ ਹੈ ਅੱਗੇ 14 ਤੱਕ ਉਹ ਇੱਕੋ ਜਿਹਾ ਹੈ। ਇਕਾਦਸ਼ੀ ਏਕ ਦਿਸ਼ ਧਾਵੈ, ਕਹਿੰਦੇ ਜਦੋਂ ਮਨੁੱਖ ਵਿਕਾਰਾਂ ਵੱਲੋਂ ਹਟ ਕੇ ਇੱਕ ਪਰਮਾਤਮਾ ਦੀ ਯਾਦ ਵੱਲ ਦੌੜਦਾ ਹੈ, ਭੱਜਦਾ ਹੈ, ਧਾਉਂਦਾ ਹੈ, ਤਉ ਜੋਨੀ ਸੰਕਟ ਬਹੁਰ ਨਾ ਆਵੇ। ਕਹਿੰਦੇ ਉਦੋਂ ਮੁੜ ਜਨਮ ਮਰਨ ਦੇ ਕਸ਼ਟ ਦੁੱਖਾਂ ਵਿੱਚ ਫਿਰ ਉਹ ਨਹੀਂ ਆਉਂਦਾ, ਸੰਕਟ 'ਚ ਨਹੀਂ ਪੈਂਦਾ। ਸੀਤਲ ਨਿਰਮਲ ਭਇਆ ਸਰੀਰਾ, ਕਹਿੰਦੇ ਉਸ ਦੇ ਅੰਦਰ ਠੰਡ ਪੈ ਜਾਂਦੀ ਹੈ, ਅੰਦਰ ਉਹਦਾ ਸੀਤਲ ਹੋ ਜਾਂਦਾ ਹੈ ਅਤੇ ਉਸ ਦਾ ਆਪਣਾ ਆਪਾ ਹੈ ਜਿਹੜਾ ਉਹ ਪਵਿੱਤਰ ਹੋ ਜਾਂਦਾ ਹੈ, ਭਾਵ ਉਹਦਾ ਜੀਵਨ ਨਿਰਮਲ ਹੋ ਜਾਂਦਾ ਹੈ। ਦੂਰ ਬਤਾਵਤ ਪਾਇਆ ਨੀਰਾ, ਕੀ ਅਰਥ ਹੈ ਜੀ ਨੀਰਾ? ਨੇੜੇ। ਆਖਣ ਲੱਗੇ ਜੋ ਪਰਮਾਤਮਾ ਦੂਰ ਬਤਾਵਤ, ਕਹਿੰਦੇ ਕਿ ਜੋ ਕਿਤੇ ਦੂਰ ਹੀ ਦੱਸਿਆ ਜਾਂਦਾ ਸੀ, ਕਿ ਸੁਣਿਆ ਜਾਂਦਾ ਸੀ, ਦੱਸਿਆ ਜਾਂਦਾ ਕਿ ਮਾਲਕ ਤਾਂ ਬੜੀ ਦੂਰ ਹੈ, ਪਰ ਪਾਇਆ ਨੀਰਾ, ਕਹਿੰਦੇ ਉਹ ਉਸ ਨੂੰ ਆਪਣੇ ਨੇੜੇ ਹੀ ਭਾਵ ਅੰਦਰ ਹੀ ਲੱਭ ਪੈਂਦਾ ਹੈ। ਬਾਰਸ 12 ਉਗਵਹਿ ਸੂਰ, ਅਹਨਿਸ ਬਾਜੇ ਅਨਹਦ ਤੂਰ, ਦੇਖਿਆ ਤਿਹੂ ਲੋਕ ਕਾ ਪੀਓ, ਅਚਰਜ ਭਇਆ ਜੀਵ ਤੇ ਸੀਓ। ਆਖਣ ਲੱਗੇ ਅਹਨਿਸ ਬਾਜੇ ਅਨਹਦ ਧੂਰ, ਕਿ ਉਸ ਦੇ ਅੰਦਰ, ਅੱਛਾ ਪਿਛਲੀ ਪੰਕਤੀ ਰਹਿ ਗਈ, ਬਾਰਸ 12 ਉਗਵੈ ਸੂਰ, ਬਾਰਸ ਭਾਵ ਕਿ ਦੁਆਦਸ਼ੀ ਥਿਤ, ਦੁਆਦਸ਼ੀ ਭਾਵ 2 ਅਤੇ 10, 12ਵੀਂ ਥਿਤ 12 ਸੂਰ, 12 ਸੂਰਜ ਉਗਵੈ ਚੜ ਪੈਂਦੇ ਹੈ, ਕਿ ਜਿਸ ਮਨੁੱਖ ਦਾ ਮਨ ਸਿਰਫ ਏਕ ਦਿਸ਼ ਧਾਵੈ, ਭਾਵ ਜੋ ਸਿਰਫ ਇੱਕ ਮਾਲਕ ਦੀ ਯਾਦ ਵਿੱਚ ਹੀ ਜੁੜਦਾ, ਇੱਕ ਮਾਲਕ ਵੱਲ ਹੀ ਜਾਂਦਾ ਹੈ। ਕਹਿਣ ਲੱਗੇ ਉਸ ਦੇ ਅੰਦਰ ਮਾਨੋ 12 ਸੂਰਜ ਚੜ ਪੈਂਦੇ, ਭਾਵ ਉਹਦੇ ਅੰਦਰ ਕੀ ਬਹੁਤ ਪ੍ਰਕਾਸ਼ ਗਿਆਨ ਹੋ ਜਾਂਦਾ ਹੈ। ਇਹਦਾ ਭਾਵ ਇਹ ਨਹੀਂ ਕਿ 12 ਸੂਰਜਾਂ ਵਰਗੇ 12 ਸੂਰਜ ਹੋਰ ਆ ਜਾਂਦੇ, ਕਹਿਣ ਦਾ ਭਾਵ ਉਹਦੇ ਅੰਦਰ ਪੂਰਨ ਗਿਆਨ, ਪੂਰਨ ਚਾਨਣ, ਪੂਰਨ ਪ੍ਰਕਾਸ਼ ਹੋ ਜਾਂਦਾ ਹੈ। ਅਹਨਿਸ ਬਾਜੇ ਅਨਹਦ ਤੂਰ, ਕਹਿੰਦੇ ਉਸ ਦੇ ਅੰਦਰ ਮਾਨੋ ਫਿਰ ਅਹਨਿਸ ਦਿਨ ਅਤੇ ਰਾਤ, ਅਨਹਦ ਬਿਨਾਂ ਹੱਦ ਤੋਂ, ਬਿਨਾਂ ਰੋਕ ਤੋਂ, ਬਿਨਾਂ ਕਿਸੇ ਟੋਕ ਤੋਂ ਇੱਕ ਰਸ ਵਾਜੇ ਵੱਜਦੇ ਹਨ, ਮਾਲਕ ਦੇ ਆਨੰਦ ਰਸ ਦੇ। ਦੇਖਿਆ ਤਿਹੂ ਲੋਕ ਕਾ ਪੀਓ, ਆਖਣ ਲੱਗੇ ਉਸ ਨੂੰ ਤਿੰਨਾਂ ਭਵਨਾਂ ਦੇ ਮਾਲਕ ਪ੍ਰਭੂ ਦਾ ਦੀਦਾਰ ਹੋ ਜਾਂਦਾ। ਪੀਓ ਭਾਵ ਪਿਓ, ਮਾਲਕ, ਕਹਿੰਦੇ ਉਸ ਮਾਲਕ ਦਾ ਜਿਹੜਾ ਤਿੰਨਾਂ ਭਵਨਾਂ ਦਾ ਹੀ ਮਾਲਕ ਹੈ, ਤਿਹੂ ਲੋਕ, ਤਿੰਨਾਂ ਲੋਕਾਂ ਦਾ ਹੀ ਮਾਲਕ ਹੈ, ਪਿਓ ਹੈ, ਉਹ ਦੇਖਿਆ ਭਾਵ ਉਹਨੂੰ ਦੀਦਾਰ ਦਰਸ਼ਨ ਹੋ ਜਾਂਦਾ ਹੈ। ਅਚਰਜ ਭਇਆ ਜੀਵ ਤੇ ਸੀਉ, ਆਖਣ ਲੱਗੇ ਇਹ ਅਚਰਜ ਖੇਡ ਬਣ ਜਾਂਦੀ ਹੈ ਕਿ ਉਹ ਮਨੁੱਖ ਸਧਾਰਨ ਬੰਦੇ ਤੋਂ ਕਲਿਆਣ ਸਰੂਪ ਪਰਮਾਤਮਾ ਦਾ ਰੂਪ ਹੋ ਜਾਂਦਾ। ਸੀਉ ਭਾਵ ਸ਼ਿਵ ਸ਼ਕਤੀ, ਕਲਿਆਣ ਸਰੂਪ ਮਾਲਕ ਕੀ ਉਹ ਮਾਲਕ ਦਾ ਰੂਪ, ਜੀਵ ਤੇ ਸੀਉ, ਜੀਵ ਤੋਂ ਮਾਲਕ ਦਾ ਰੂਪ ਬਣ ਜਾਂਦਾ ਹੈ। ਤੇਰਸ 13 ਅਗੰਮ ਬਖਾਣ, ਅਰਧ ਉਰਧ ਵਿੱਚ ਸਮ ਪਹਿਚਾਨ, ਨੀਚ ਊਚ ਨਹੀਂ ਮਾਨ ਅਮਾਨ, ਵਿਆਪਕ ਰਾਮ ਸਗਲ ਸਾਮਾਨ। ਹੁਣ ਆਖਣ ਲੱਗੇ ਤੇਰਸ ਭਾਵ ਤ੍ਰਿਓਦਸ਼ੀ, 13ਵੀਂ ਥਿਤ। ਕਹਿਣ ਲੱਗੇ ਬਾਬਾ ਕਬੀਰ ਸਾਹਿਬ ਜੀ ਕਿ ਜਿਸ ਮਨੁੱਖ ਦਾ ਮਨ ਕੇਵਲ ਫਿਰ ਮਾਲਕ ਦੇ ਚਰਨਾਂ ਵੱਲ ਦੌੜਦਾ ਹੈ, ਯਾਦ ਵਿੱਚ ਜੁੜਦਾ ਹੈ, ਤੇਰਸ 13 ਅਗੰਮ ਬਖਾਣ, ਕਹਿੰਦੇ ਉਹ ਅਗੰਮ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ, ਭਾਵ ਉਹ ਫਿਰ ਤੇਰਾ ਹੀ ਕਰਦਾ ਹੈ, ਉਹ ਤੇਰੀ ਕਰਦਾ ਹੈ, ਉਹਦੇ ਨਾਲ ਹੀ ਜੁੜ ਜਾਂਦਾ ਹੈ। ਬਖਾਣ ਭਾਵ ਅਗੰਮ ਦੀ ਵਖਿਆਣ ਕਰਦਾ ਹੈ, ਅਗੰਮ ਦੀਆਂ ਸਿਫਤਾਂ ਕਰਦਾ ਹੈ। ਅਰਧ ਉਰਧ ਵਿੱਚ ਸਮ ਪਹਿਚਾਨ, ਕਹਿੰਦੇ ਇਸ ਸਿਫਤ ਸਲਾਹ ਦੀ ਬਖਸ਼ਿਸ਼ ਦੇ ਨਾਲ ਉਹ ਸਾਰੇ ਸੰਸਾਰ ਵਿੱਚ ਫਿਰ ਇੱਕ ਮਾਲਕ ਨੂੰ ਇੱਕੋ ਜਿਹਾ ਪਛਾਣਦਾ ਹੈ। ਅਰਧ ਅਤੇ ਉਰਧ ਭਾਵ ਹੇਠਾਂ
ਤੋਂ ਲੈ ਕੇ ਉਤਾਂ ਤੱਕ, ਪਤਾਲ ਤੋਂ ਲੈ ਕੇ ਅਸਮਾਨ ਤੱਕ। ਅਰਧ ਭਾਵ ਪਤਾਲ ਨੀਵਾਂ, ਉਰਧ ਭਾਵ ਅਸਮਾਨ, ਉਤਾਂ ਆਕਾਸ਼। ਕੀ ਪਤਾਲ ਤੋਂ ਆਕਾਸ਼ ਤੱਕ ਫਿਰ ਉਹ ਮਾਲਕ ਨੂੰ ਸਮ ਪਹਿਚਾਣ, ਇੱਕੋ ਜਿਹਾ, ਸਮ ਤੋਂ ਭਾਵ ਬਰਾਬਰ, ਇੱਕੋ ਜਿਹਾ ਪਹਿਚਾਣਦਾ ਹੈ, ਵੇਖਦਾ ਹੈ। ਨੀਚ ਊਚ ਨਹੀਂ ਮਾਨ ਅਮਾਨ, ਕਹਿੰਦੇ ਨਾ ਉਸ ਨੂੰ ਕੋਈ ਨੀਵਾਂ ਦਿਸਦਾ ਨਾ ਉੱਚਾ, ਕਿਸੇ ਵੱਲੋਂ ਉਹਦਾ ਮਾਣ ਹੋਵੇ ਜਾਂ ਉਹਦਾ ਅਮਾਨ ਭਾਵ ਨਿਰਾਦਰੀ ਹੋਵੇ, ਉਸ ਲਈ ਦੋਵੇਂ ਇੱਕੋ ਜਿਹੇ ਹੀ ਪ੍ਰਤੀਤ ਹੁੰਦੇ ਹਨ। ਵਿਆਪਕ ਰਾਮ ਸਗਲ ਸਾਮਾਨ, ਸਾਮਾਨ ਹੈ, ਖਿਆਲ ਰੱਖਣਾ ਹੈ, ਕੰਨਾ ਵੀ ਹੈ ਸੱਸੇ ਦੇ ਨਾਲ, ਸਾਮਾਨ। ਕਹਿਣ ਲੱਗੇ ਕਿਉਂਕਿ ਉਸ ਨੂੰ ਸਾਰੇ ਜੀਵਾਂ ਵਿੱਚ ਪਰਮਾਤਮਾ ਹੀ ਵਿਆਪਕ ਦਿਸਦਾ ਹੈ, ਸਾਰਿਆਂ ਦੇ ਵਿੱਚ ਇੱਕੋ ਜਿਹਾ ਹੀ ਨਜ਼ਰ ਆਉਂਦਾ ਹੈ। 14 ਲੋਕ ਮਝਾਰ, ਰੋਮ ਰੋਮ ਮੈਂ ਬਸਹਿ ਮੁਰਾਰ। ਸਤ ਸੰਤੋਖ ਕਾ ਧਰਹੁ ਧਿਆਨ, ਕਥਨੀ ਕਥੀਐ ਬ੍ਰਹਮ ਗਿਆਨ। ਹੁਣ ਆਖਣ ਲੱਗੇ 14ਵੀਂ ਥਿਤ ਦੇ ਅੰਦਰ 14 ਲੋਕ ਮਝਾਰ। 14 ਲੋਕ 7 ਆਕਾਸ਼ ਮੰਨੇ ਜਾਂਦੇ ਹੈ ਤੇ 7 ਪਾਤਾਲ ਮੰਨੇ ਜਾਂਦੇ ਹੈ। ਕਹਿਣ ਲੱਗੇ ਕਿ ਮੰਨੇ ਜਾਂਦੇ, ਯਾਦ ਰੱਖਿਓ ਇਹ ਸਿੱਖੀ ਦੀ ਫਿਲਾਸਫੀ ਨਹੀਂ ਹੈ। ਇੱਥੇ ਤੇ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ ਹੈ। ਇੱਥੇ ਤੇ ਫਿਰ ਕੇਤੇ ਖੰਡ ਬ੍ਰਹਿਮੰਡਾਂ ਦੀ ਗੱਲ ਹੈ ਜਿਹਦੀ ਕੋਈ ਗਿਣਤੀ ਨਹੀਂ ਹੈ। ਇਹ ਫਿਲਾਸਫੀ ਕਹਿੰਦੇ ਆ ਸਮਝਾਇਆ ਜਾ ਰਿਹਾ। ਹੁਣ ਥਿੱਤਾਂ ਵਾਲੇ ਜਿਹੜੇ ਥਿੱਤਾਂ ਨੂੰ ਮੰਨਦੇ ਹੈ ਉਹ ਇਹਨਾਂ ਨੂੰ ਵੀ ਮੰਨਦੇ ਕਿ ਇੰਨੇ ਕੁ ਪਤਾਲ ਹੈ, ਇੰਨੇ ਕਾ ਹੈ। ਇਸੇ ਤਰ੍ਹਾਂ ਹੁਣ ਕਹਿ ਰਿਹਾ ਹੈ 14ਵੀਂ ਥਿੱਤ ਨਾਲ ਹੇ ਭਾਈ ਪ੍ਰਭੂ ਕੀ ਹੈ, ਉਹ ਰੋਮ ਰੋਮ ਬਸਹਿ ਮੁਰਾਰ। ਕਹਿੰਦੇ ਉਹ ਇਸ 14 ਲੋਕ ਨੇ ਜਿਹੜੇ, ਭਾਵ ਸਾਰੀ ਸ੍ਰਿਸ਼ਟੀ ਹੈ, ਮਝਾਰ ਭਾਵ ਵਿੱਚ ਕਿ ਪ੍ਰਭੂ ਜੀ ਸਾਰੀ ਸ੍ਰਿਸ਼ਟੀ ਦੇ ਵਿੱਚ ਜਰੇ ਜਰੇ ਦੇ ਵਿੱਚ, ਰੋਮ ਰੋਮ ਦੇ ਵਿੱਚ ਵਸ ਰਹੇ ਹਨ। ਮਾਲਕ ਸਭ ਥਾਵਾਂ ਤੇ ਹੈ, ਭਾਵੇਂ ਕੋਈ 7 ਪਤਾਲ ਕਹਿ ਰਿਹਾ ਹੈ ਤੇ ਭਾਵੇਂ ਕੋਈ 14 ਕਹਿ ਰਿਹਾ ਹੈ, ਭਾਵੇਂ ਕੋਈ ਬੇਅੰਤ ਕਹਿ ਰਿਹਾ, ਕਿਤੇ ਵੀ ਹੈ ਮਾਲਕ ਸਭ ਥਾਵਾਂ ਦੇ ਰੋਮ ਰੋਮ ਵਿੱਚ ਜਿਹੜਾ ਉਹ ਵਸ ਰਿਹਾ ਹੈ। ਸਭ ਥਾਵਾਂ ਤੇ ਵਸੇ ਭਾਵ ਮਾਲਕ ਜੀ ਆਪ ਜਿਹੜੇ ਨੇ ਉਹ ਵਿਆਪਕ ਨੇ। ਸਤ ਸੰਤੋਖ ਕਾ ਧਰਹੁ ਧਿਆਨ, ਸਤ ਭਾਵ ਦਾਨ, ਦੂਜਿਆਂ ਦੀ ਸੇਵਾ ਕਰਨੀ, ਸੰਤੋਖ ਸਬਰ ਕਿ ਉਸ ਦੀ ਬਖਸ਼ੀ ਦਾਤ ਵਿੱਚ ਰਾਜੀ ਰਹਿਣਾ, ਇਹਨੂੰ ਜਿਹੜਾ ਹੈ ਸਬਰ ਸੰਤੋਖ ਦਾ ਨਾਮ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ। ਕਹਿਣ ਲੱਗੇ ਕਿ ਇਹ ਯਕੀਨ ਲਿਆ ਕਿ ਉਹ ਪ੍ਰਭੂ ਤੇਰੇ ਅੰਦਰ ਹੀ ਵਸ ਰਿਹਾ ਹੈ ਤੇ ਸਭ ਜੀਵਾਂ ਦੇ ਵਿੱਚ ਵੀ ਵਸ ਰਿਹਾ ਹੈ। ਦੂਜਿਆਂ ਦੀ ਸੇਵਾ ਦੀ ਅਤੇ ਜੋ ਕੁਝ ਮਾਲਕ ਨੇ ਤੈਨੂੰ ਦਿੱਤਾ ਹੈ ਉਸ ਵਿੱਚ ਰਾਜੀ ਰਹਿਣ ਦੀ ਸੁਰਤ ਨੂੰ ਜਿਹੜਾ ਹੈ ਉਹ ਟਿਕਾ, ਉਹਦੇ ਵੱਲ ਧਿਆਨ ਦੇ, ਉਹਦੇ ਵੱਲ ਜੁੜ ਕਿ ਜੋ ਦਿੱਤਾ ਹੈ ਨਾ ਉਹਦੇ ਵਿੱਚ ਖੁਸ਼ ਰਹਿ, ਉਹਦੇ ਵਿੱਚ ਆਨੰਦ ਲੈ। ਇਹ ਨਹੀਂ ਕਿ ਜਿਹੜਾ ਕੋਲ ਹੈ ਉਹਨੂੰ ਭੁੱਲੀ ਬੈਠਾ ਤੇ ਜਿਹੜਾ ਕੋਲ ਨਹੀਂ ਹੈ ਉਹਦੇ ਲਈ ਲੱਤਾਂ ਬਾਹਾਂ ਮਾਰ ਰਿਹਾ। ਕਹਿੰਦੇ ਐਂ ਜ਼ਿੰਦਗੀ ਲੰਘ ਜਾਣੀ ਹੈ। ਇਸ ਕਰਕੇ ਜੋ ਮਾਲਕ ਨੇ ਬਖਸ਼ਿਆ ਉਹਦੇ ਵਿੱਚ ਆਨੰਦ ਮਾਣ। ਜਿਵੇਂ ਹੁਣ ਆਪਾਂ ਸੁਖਮਨੀ ਸਾਹਿਬ ਬਾਣੀ ਦੀ ਪਿੱਛੇ ਵਿਚਾਰ ਕਰਕੇ ਆਏ ਹਾਂ, ਉੱਥੇ ਗੁਰੂ ਸਾਹਿਬ ਜੀ ਕਿੰਨਾ ਸੋਹਣਾ ਸਮਝਾਉਂਦੇ ਆ। ਕਹਿੰਦੇ ਐਵੇਂ ਕਾਹਤੋਂ ਗੁੱਸੇ ਹੋਇਆ ਫਿਰਦਾ ਹੈ, 10 ਵਸਤੂ ਲੈ ਪਾਛੈ ਪਾਵੇ, ਇੱਕ ਵਸਤ ਕਾਰਨ ਬਿਖੋਟ ਗਵਾਵੇ। 10 ਪੀ ਨਾ ਦੇ, ਇੱਕ ਪੀ ਨਾ ਦੇ, 10 ਪੀ ਹਿਰਲੇ ਤੋਂ ਮੂੜਾ ਕੌਂ ਕਰੇ। ਕਹਿੰਦੇ ਕੀ ਕਰੇਗਾ ਜੇ ਤੈਨੂੰ 10 ਵਸਤਾਂ ਮਾਲਕ ਨੇ ਦੇਣੀਆਂ ਤੇ ਤੈਨੂੰ 9 ਦੇਤੀਆਂ, ਇੱਕ ਨਹੀਂ ਦਿੱਤੀ, ਗੁੱਸੇ ਕਿਹੜੀ ਗੱਲੋਂ ਹੋਇਆ? ਜੇ 9 ਵੀ ਮਾਲਕ ਤੇਥੋਂ ਲੈ ਲਏ ਫਿਰ ਤੂੰ ਮੂੜਿਆ ਮੂਰਖਾ ਕੀ ਕਰ ਲੇਗਾ। ਕਹਿਣ ਦਾ ਭਾਵ ਜੋ ਦਿੱਤਾ ਹੈ ਉਹਦੇ ਵਿੱਚ ਆਨੰਦ ਸੁੱਖ ਮਾਣ, ਉਹਦੇ ਵਿੱਚ ਖੁਸ਼ ਰਹਿ। ਇਸ ਕਰਕੇ ਆਪਣੇ ਨਾਲੋਂ ਉਤਲੇ ਵੱਲ ਵੇਖਣ ਦੀ ਬਜਾਏ ਆਪਣੇ ਤੋਂ ਨੀਵੇਂ ਵੱਲ ਵੇਖ, ਜੀਵਨ ਦਾ ਆਨੰਦ ਹੀ ਕੁਝ ਹੋਰ ਹੋਏਗਾ। ਜੀਵਨ ਦੇ ਵਿੱਚ ਖੁਸ਼ੀ ਕੁਝ ਹੋਰ ਹੋਏਗੀ, ਸ਼ੁਕਰ ਸ਼ੁਕਰਾਨਾ ਹੀ ਕੁਝ ਹੋਰ ਹੋਏਗਾ। ਕਥਨੀ ਕਥੀਐ ਬ੍ਰਹਮ ਗਿਆਨ, ਆਖਣ ਲੱਗੇ ਪਰਮਾਤਮਾ ਨਾਲ ਜਾਣ ਪਛਾਣ ਹੋ ਜਾਏ, ਸੂਝ ਪੈਦਾ ਹੋ ਜਾਏ, ਮਾਲਕ ਦੀ ਸਿਫਤ ਸਲਾਹ ਦੀਆਂ ਗੱਲਾਂ ਕਰੋ। ਉਹਦੀ ਕਥਨੀ
ਨੂੰ ਕਥਨਾ ਕਰੋ, ਭਾਵ ਜੋ ਉਹਦੀ ਰਜ਼ਾ ਭਾਣਾ ਹੈ, ਉਹਦੀ ਸਿਫਤ ਸਲਾਹ, ਸ਼ੁਕਰ ਸ਼ੁਕਰਾਨਾ ਜਿਹੜਾ ਹੈ ਉਹ ਕਰਨਾ ਕਰੋ, ਤਾਂ ਕਿ ਉਸ ਦੇ ਇਸ ਸਹੀ ਸਰੂਪ ਦੀ ਸੂਝ ਬਣੀ ਰਹੇ। ਬ੍ਰਹਮ ਦੇ ਗਿਆਨ ਦੀ ਸਾਡੇ ਜੀਵਨ ਦੇ ਵਿੱਚ ਜਿਹੜੀ ਹੈ ਉਹ ਇੱਕ ਸੂਝ ਸੁਰਤ ਬਣੀ ਰਹੇ। ਪੂਨਿਓ ਪੂਰਾ ਚੰਦ ਆਕਾਸ਼, ਪਸਰਹਿ ਕਲਾ ਸਹਿਜ ਪ੍ਰਗਾਸ। ਆਦ ਅੰਤ ਮਦ ਹੋਏ ਰਹਿਆ ਥੀਰ, ਸੁਖ ਸਾਗਰ ਮਹਿ ਰਮਹਿ ਕਬੀਰ। ਹੁਣ ਇੱਥੇ 14ਵੀਂ ਥਿੱਤ ਸੀ ਪਿੱਛੇ, ਭਾਵ ਮੱਸਿਆ ਤੋਂ ਪਿੱਛੋਂ 14ਵੀਂ ਰਾਤ ਜਿਹੜੀ 14ਵੀਂ ਥਿੱਤ ਆਈ ਹੈ ਉਹ ਕੀ ਹੈ? ਮੱਸਿਆ ਤੋਂ ਪਿੱਛੋਂ 14ਵੀਂ ਥਿੱਤ ਹੈ। ਹੁਣ ਇੱਥੇ ਆ ਗਈ, ਹੁਣ 15ਵਾਂ ਦਿਨ ਆ ਗਿਆ, ਮੱਸਿਆ ਤੋਂ ਬਾਅਦ 15ਵਾਂ ਦਿਨ। ਫਿਰ ਇਹਨੂੰ ਕੀ ਕਿਹਾ ਜਾਂਦਾ ਹੈ? ਪੂਨਿਓ ਪੂਰਾ ਚੰਦ ਆਕਾਸ਼। ਹੁਣ ਇਸ ਦਿਨ ਚੰਦਰਮਾ ਕੀ ਹੈ? ਪੂਰਾ ਹੋ ਜਾਂਦਾ, ਪੂਰਾ ਚਾਨਣ ਹੋ ਜਾਂਦਾ। ਇਸ ਦਿਨ ਨੂੰ ਫਿਰ ਪੂਰਨਮਾਸ਼ੀ ਆਖਿਆ ਜਾਂਦਾ ਹੈ, ਇਹਨੂੰ ਪੁੰਨਿਆ ਆਖਿਆ ਜਾਂਦਾ ਹੈ। ਹੁਣ ਤੇ ਚਲੋ ਆਪਾਂ ਕੱਲ ਵੀ ਇਹਦੇ ਬਾਰੇ ਖੁੱਲ੍ਹ ਕੇ ਵਿਚਾਰ ਕੀਤੀ ਸੀ, ਪੂਰਨਮਾਸ਼ੀ, ਦਸਵੀਂ, ਪੰਜਵੀਂ, ਸੰਗਰਾਂਦ, ਮੱਸਿਆ, ਇਹਨਾਂ ਸਾਰਿਆਂ ਦੇ ਬਾਰੇ। ਹੁਣ ਇੱਥੇ ਬਾਬਾ ਕਬੀਰ ਸਾਹਿਬ ਜੀ ਨੇ ਸਾਫ਼ ਤੌਰ 'ਤੇ ਲਿਖ ਦਿੱਤਾ ਕਿ ਇਹ ਕਿਉਂ ਪੁੰਨਿਆ ਕਿਉਂ ਕਿਹਾ ਜਾਂਦਾ ਹੈ, ਭਾਵ ਚੰਦਰਮਾ ਪੂਰਨ ਹੋ ਗਿਆ, ਇਸ ਕਰਕੇ ਇਹਦਾ ਨਾਂ ਪੂਰਨਮਾਸ਼ੀ ਹੈ। ਪੂਰਨਮਾਸ ਕਿ ਮੱਸਿਆ ਵਾਲੇ ਦਿਨ ਚੰਦਰਮਾ ਬਿਲਕੁਲ ਨਹੀਂ ਦਿਸਦਾ ਸੀ, ਬਿਲਕੁਲ ਹਨੇਰਾ ਸੀ। ਅੱਜ ਪੂਰਨਮਾਸ, ਪੂਰਨਮਾਸ ਭਾਵ ਕਿ ਇਹ ਉਹ ਦਿਨ ਆ ਗਿਆ ਜਦੋਂ ਹੁਣ ਚੰਦਰਮਾ ਪੂਰਾ ਵੱਡਾ ਪੂਰੇ ਆਪਣੇ ਰੂਪ ਦੇ ਵਿੱਚ ਧਰਤੀ 'ਤੇ ਖਲੋਤਿਆਂ ਨਜ਼ਰ ਆਉਣ ਲੱਗ ਪਿਆ। ਕਹਿੰਦੇ ਹੈ ਕਿ ਜਿਵੇਂ ਪੂਰਨਮਾਸ਼ੀ ਨੂੰ ਆਕਾਸ਼ ਵਿੱਚ ਪੂਰਾ ਚੰਦ ਚੜ੍ਹਦਾ ਹੈ ਅਤੇ ਪਸਰਹਿ ਕਲਾ ਸਹਿਜ ਪ੍ਰਗਾਸ, ਤੇ ਚੰਦ ਦੀਆਂ ਸਾਰੀਆਂ ਹੀ ਕਲਾ ਪ੍ਰਗਟ ਹੋ ਜਾਂਦੀਆਂ, ਭਾਵ ਕਿ ਉਹ ਸਾਰੇ ਪਾਸਿਓਂ ਪੂਰਾ ਨਜ਼ਰ ਆਉਣ ਲੱਗ ਪੈਂਦਾ, ਪੂਰੀ ਤਰ੍ਹਾਂ ਦਿਸਣ ਲੱਗ ਪੈਂਦਾ। ਹੁਣ ਜਿਵੇਂ ਦੇਖਦੇ ਆ ਨਾ ਅੱਜ ਕੱਲ੍ਹ, ਤੇ ਫੋਨਾਂ ਦੇ ਵਿੱਚ ਵੀ ਫੀਚਰ ਆ ਗਏ ਕਿ ਤੁਸੀਂ ਚੰਦਰਮਾ ਦੀ ਕੋਈ ਫੋਟੋ ਲਓ, ਨੇੜੇ ਕਰਕੇ ਦੇਖ ਲਓ ਜਦੋਂ ਪੂਰਾ ਚੰਦਰਮਾ ਹੈ। ਕਹਿਣ ਦਾ ਭਾਵ ਕਿ ਉਹ ਸਾਰੇ ਪਾਸਿਓਂ ਤੋਂ ਸਾਨੂੰ ਫਿਰ ਕੀ ਹੈ? ਪੂਰੀ ਤਰ੍ਹਾਂ ਨਜ਼ਰ ਆਉਂਦਾ ਹੈ। ਅਤੇ ਆਖਣ ਲੱਗੇ ਪਸਰਹਿ ਕਲਾ ਸਹਿਜ ਪ੍ਰਗਾਸ, ਇਸੇ ਤਰ੍ਹਾਂ ਤੇਰੇ ਅੰਦਰ ਵੀ ਸਹਿਜ ਅਵਸਥਾ ਦਾ ਪ੍ਰਕਾਸ਼ ਚੰਦਰਮਾ ਦੇ ਵਾਂਗ ਪੂਰਨ ਤੌਰ 'ਤੇ ਹੋ ਜਾਏਗਾ। ਕਿ ਜਿਵੇਂ ਚੰਦਰਮਾ ਉਹ ਹੌਲੀ ਹੌਲੀ ਥਿੱਤਾਂ ਦੇ ਦਿਨਾਂ ਦੇ ਹਿਸਾਬ ਦੇ ਨਾਲ ਆਪਣਾ ਜੀਵਨ ਜਿਉਂਦਾ ਗਿਆ ਤੇ ਇੱਕ ਦਿਨ ਪੂਰਾ ਹੋ ਗਿਆ, ਇਸੇ ਦਿਨ ਹੀ ਇਸ ਤਰੀਕੇ ਨਾਲ ਸਮਝਾਇਆ ਹੈ ਇੱਥੇ। ਇਹ ਨਹੀਂ ਕਿ ਥਿੱਤਾਂ ਨੂੰ ਮੰਨੋ, ਪੰਚਵੀਂ ਮਨਾਓ, ਦਸਵੀਂ ਮਨਾਓ, ਪੁੰਨਿਆ ਮੰਨੋ, ਮੱਸਿਆ ਮਨਾਓ, ਸੰਗਰਾਂਦ ਮਨਾਓ, ਇਹ ਤਾਂ ਨਹੀਂ ਬਾਬਾ ਜੀ ਨੇ ਆਖਿਆ। ਉਹਨਾਂ ਕਿਹਾ ਕਿ ਜਿਵੇਂ ਆਹ ਥਿੱਤਾਂ ਰਾਹੀਂ ਚੰਦਰਮਾ ਪੂਰਾ ਹੋ ਗਿਆ ਨਾ, ਇਵੇਂ ਤੂੰ ਹੌਲੀ ਹੌਲੀ ਜੁੜ, ਇਵੇਂ ਤੂੰ ਰੱਬ ਦੀ ਰਜ਼ਾ ਵਿੱਚ ਚੱਲ, ਇੱਕ ਦਿਨ ਤੇਰੇ ਅੰਦਰ ਵੀ ਇਹ ਪ੍ਰਕਾਸ਼ ਹੋ ਜਾਏਗਾ, ਤੂੰ ਵੀ ਪੂਰਾ ਹੋ ਜਾਏਗਾ, ਤੂੰ ਵੀ ਉਹਦਾ ਮਾਲਕ ਦਾ ਰੂਪ ਬਣ ਜਾਏਗਾ। ਆਦ ਅੰਤ ਮੱਧ ਹੋਏ ਰਹਿਆ ਥੀਰ, ਆਖਣ ਲੱਗੇ ਜੇ ਸ਼ੁਰੂ ਤੋਂ ਅਖੀਰ ਤੱਕ ਤੇ ਵਿਚਕਾਰਲੇ ਸਮੇਂ ਵਿੱਚ, ਭਾਵ ਸਦਾ ਹੀ ਮੌਜੂਦ ਰਹਿਣ ਵਾਲੇ, ਥੀਰ ਤੋਂ ਭਾਵ ਥਿਰ ਰਹਿਣ ਵਾਲਾ ਪਰਮਾਤਮਾ ਹੈ ਜਿਹੜਾ, ਸੁਖ ਸਾਗਰ ਮਹਿ ਰਮਹਿ ਕਬੀਰ, ਕਿ ਉਸ ਸੁੱਖਾਂ ਦੇ ਸਮੁੰਦਰ ਪ੍ਰਭੂ ਵਿੱਚ ਹੈ ਕਬੀਰ, ਜੇ ਤੂੰ ਚੁੱਭੀ ਲਾ ਕੇ ਉਸ ਦਾ ਸਿਮਰਨ ਕਰੇ, ਉਹਨੂੰ ਰਮੇ, ਉਹਨੂੰ ਜਪੇ, ਉਹਨੂੰ ਧਿਆਏ, ਉਹਨੂੰ ਯਾਦ ਰੱਖੇ, ਤਾਂ ਆਹ ਅਵਸਥਾ ਤੇਰੀ ਵੀ ਬਣ ਜਾਏਗੀ ਜਿਹੜੀ ਚੰਦਰਮਾ ਦੀ ਬਣ ਗਈ ਹੈ। ਜੇ ਚੰਦਰਮਾ ਪੂਰਾ ਹੋ ਗਿਆ ਹੈ, ਇਵੇਂ ਹੀ ਉਹ ਮਾਲਕ ਤੈਨੂੰ ਵੀ ਪੂਰਨ ਚਾਨਣ ਸਰੂਪ ਜਿਹੜਾ ਹੈ, ਜਾਗਤ ਸਰੂਪ ਆਤਮਿਕ ਤੌਰ 'ਤੇ ਉਹ ਬਣਾ ਦੇਗਾ। ਇਹ ਇਸ ਤਰ੍ਹਾਂ ਇਸ ਥਿੱਤਾਂ ਦੇ ਅੰਦਰ ਬਾਬਾ ਕਬੀਰ ਸਾਹਿਬ ਜੀ ਨੇ ਸਾਨੂੰ ਜਿਹੜਾ ਉਹ ਸਮਝਾਉਣਾ ਕੀਤਾ ਹੈ।